सतनाम श्री वाहिगुरु साहिब जीओ। दर्शन प्यासे दिन सरात, चितवान दिन नीत। खोल कपट गुर मेलिया, नानक हर संग मीत। सो कौ टल गुर सेविया, अहनस सहज सुभाए। दर्शन परसै गुरु का, जन्म मरण दुख जाय। सज्जन सच्चा पातशाह, सिर शाह देशा हो। जिस पास बाठिया सोहिया, सबना दा वेसा हो। सतनाम श्री वाहिगुरु साहिब जीओ। सोहे कबीर जी, थर हर कंपै बाला जियो। ना जानो क्या करसी पियो। थर हर कंपै बाला जियो। ना जानो क्या करसी पियो। रैन गई मत दिन बीजाए, भवर गए बग बैठे आए। रहाव काचा करवा रहे न पानी, हंस चलिया काया कुमलानी। क्वार कन्या जैसे करत सिंगारा, क्यों रलिया मन बाज पतारा। काग उड़ावत भुजा पिरानी, कह कबीर यह कथा सिरानी। काग उड़ावत भुजा पिरानी, कह कबीर ये कथा सिरानी। वाहिगुरु जी का खालसा, वाहिगुरु जी की फतेह। जुग हो जोगा टल, चबर छत्र दे मालक, जागदी जोत। धन धन साहिब श्री गुरु ग्रंथ साहिब जी की पावन पवित्र हजूरी अंदर सभाईमान गुरु रूप गुरु प्यारी साध संगत जीओ। वडभागी हो जो सतगुरां दी पावन पवित्र चरण शरण दे विच इकत्तर हो के सतगुरां दी पवित्र बाणी दा आनंद पै माणदे हो। सो अज अमृत वेले धन धन साहिब श्री गुरु ग्रंथ साहिब जी ने अपने सिंघासन ते प्रकाशवन हो के जो त्रुट के बख्शिश करते हुए अपने सिखां दे उपर सानू जिंदगी विच कमाउण वास्ते पावन पवित्र हुक्म दे राही बख्शिश कीती है। आओ सतगुरां दे चरणां विच करिए अरदास कि पातशाह किरपा कर, जो अमृतमय हुक्म अज सतगुरां ने सानू बख्शिया है, इस पवित्र हुक्म की विचार गुरमत अनुसार आप कर सकीए। सो सतगुरु जी करन रहमत, अपने अमोलक बचनों की विचार आप ही करा लैन। स्वाब समूह संगतां बख्शो असीस अते बड़े ही प्यार ते अदब दे नाल उचारण करो जी। सतनाम श्री वाहिगुरु। अज दा पावन पवित्र बचन राग सोही श्रोमणी भगत कबीर जी की पवित्र रसना तो उच्चारण किया होया ते अंग 792 के उपर ये पवित्र बचन सुशोभित है। ते अज इस पवित्र शब्द का विषय या प्रकरण कह लो, ये साड़ी जिहड़ी जिंदगी जीवन बतीत हो रहा, जिहड़ी जवानी तो बुढ़ेपे वाली पासी अवस्था जा रही है, इस बुढ़ेपे की अवस्था को संभालने वास्ते
ਜਿੱਦ ਨੇ ਕੀ ਉਪਰਾਲਾ ਕਰਨਾ ਹੈ, ਕਿਵੇਂ ਆਪਣੀ ਆਰਬਲਾ ਆਪਣੀ ਆਯੂ ਨੂੰ ਇਹ ਜੀਵ ਸੰਭਾਲ ਕੇ ਉਸ ਪਰਮੇਸ਼ਵਰ ਦੇ ਚਰਨਾਂ ਵਿੱਚ ਲੀਨ ਹੋ ਸਕਦਾ ਹੈ। ਇਹਦੇ ਬਾਰੇ ਭਗਤ ਕਬੀਰ ਜੀ ਸਾਨੂੰ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ। ਬਾਬਾ ਕਬੀਰ ਜੀ ਜੋ ਇਸ ਪਵਿੱਤਰ ਸ਼ਬਦ ਦੇ ਵਿੱਚ ਜਵਾਨੀ ਤੇ ਬੁਢੇਪੇ ਦਾ ਜ਼ਿਕਰ ਕਰਦੇ ਨੇ ਤੇ ਉਸ ਬੁਢੇਪੇ ਨੂੰ ਸੰਭਾਲਣ ਵਾਸਤੇ ਸਾਨੂੰ ਜੁਗਤ ਸਮਝਾਉਂਦੇ ਨੇ। ਹੁਣ ਆਪਾਂ ਵੇਖੀਏ ਕਿ ਮਨੁੱਖ ਦੇ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਸਫ਼ਰ ਹੈ, ਇਹਨੂੰ ਆਪਾਂ ਜੀਵਨ ਜ਼ਿੰਦਗੀ ਜਾਂ ਆਰਬਲਾ ਕਹਿੰਦੇ। ਤੇ ਇਸ ਜੀਵਨ ਦੇ ਵਿੱਚ, ਇਸ ਆਰਬਲਾ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਮੁਤਾਬਕ ਕੁਝ ਅਵਸਥਾਵਾਂ ਆਉਂਦੀਆਂ ਨੇ ਕਿ ਸਰੀਰ ਵਿੱਚ ਸਮੇਂ ਦੇ ਨਾਲ ਤਬਦੀਲੀ ਹੁੰਦੀ ਹੈ। ਇਹ ਅਵਸਥਾ ਕਿੰਨੀਆਂ ਨੇ, ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ 'ਚ ਅਵਸਥਾ 3 ਦਾ ਵੀ ਜ਼ਿਕਰ ਹੋਇਆ, 4 ਦਾ ਵੀ, ਤੇ ਇੱਕ ਥਾਂ ਦੇ ਉੱਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ 10 ਅਵਸਥਾਵਾਂ ਦੇ ਜ਼ਿਕਰ ਕੀਤਾ। ਲੇਕਿਨ ਆਪਾਂ ਕੇਵਲ ਅੱਜ ਦੇ ਸ਼ਬਦ ਦੇ ਪ੍ਰਕਰਨ ਦੇ ਵਿੱਚ ਰਹਿਣਾ, ਕੇਵਲ ਬੁਢੇਪੇ ਵਾਲੇ ਪਾਸੇ ਆਪਾਂ ਜੋ ਸਤਿਗੁਰਾਂ ਨੇ ਸਾਨੂੰ ਬਚਨ ਬਖਸ਼ਿਆ, ਇਨ ਬਚਨਾਂ ਦੀ ਵਿਚਾਰ ਕਰਨੀ ਹੈ। ਪਾਤਸ਼ਾਹ ਨੇ ਕਿ ਮਨੁੱਖ ਦਾ ਜੀਵਨ 3 ਪੜਾਅ ਦੇ ਵਿੱਚ ਬਤੀਤ ਹੁੰਦਾ, ਜਿਹਨੂੰ 3 ਹਿੱਸੇ ਵਿੱਚ ਵੰਡੀਏ ਤੇ ਜਵਾਨੀ, ਵਾਹਿਗੁਰੂ, ਪਹਿਲਾਂ ਬਾਲਪਨ ਤੋਂ ਬਾਅਦ ਜਵਾਨੀ ਤੇ ਜਵਾਨੀ ਤੋਂ ਬਾਅਦ ਫਿਰ ਬੁਢੇਪਾ। 3 ਅਵਸਥਾਵਾਂ। ਪਹਿਲੀ ਅਵਸਥਾ ਬਾਲਪਨ ਦੀ ਬਣੀ, ਦੂਜੀ ਅਵਸਥਾ ਜਵਾਨੀ ਦੀ ਤੇ ਤੀਜੀ ਅਵਸਥਾ ਬੁਢੇਪੇ ਦੀ। ਪਾਤਸ਼ਾਹ ਕਹਿੰਦੇ ਕਿ ਸਮੇਂ ਦੇ ਮੁਤਾਬਕ ਇਹਨਾਂ ਅਵਸਥਾਵਾਂ ਨੇ ਤੇਰੇ ਤਨ ਦੇ ਉੱਪਰ ਆਉਣਾ ਹੈ। ਲੇਕਿਨ ਭਾਵੇਂ ਜਵਾਨੀ ਹੋਵੇ, ਬਾਲਪਨ ਹੋਵੇ, ਬੁਢੇਪਾ ਹੋਵੇ, ਤੇਰੇ ਪੱਲੇ ਨਾਮ ਨਹੀਂ, ਤੇਰੇ ਪੱਲੇ ਪ੍ਰਮਾਤਮਾ ਦਾ ਸਿਮਰਨ ਨਹੀਂ, ਤੂੰ ਆਪਣੇ ਜੀਵਨ ਦੇ ਵਿੱਚ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਗੁਰੂ ਦੇ ਰਾਹੀਂ, ਤੇ ਪਾਤਸ਼ਾਹ ਕਹਿੰਦੇ ਕਿ ਇਹ 3 ਅਵਸਥਾਵਾਂ ਤੇਰੀਆਂ ਜਿਹੜੀਆਂ ਬਿਰਥਾਂ ਨੇ। ਸਤਿਗੁਰਾਂ ਦਾ ਪਵਿੱਤਰ ਸ਼ਲੋਕ ਆਪਾਂ ਵਾਚਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਫਰਮਾਉਂਦੇ ਨੇ, ਬਾਲ ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਨ। ਕਹਿੰਦੇ ਕਿ ਸੱਜਣਾ ਆਪਣੇ ਜੀਵਨ ਦੇ ਵਿੱਚ 3 ਅਵਸਥਾ ਤੂੰ ਬਾਨੀ, ਬਾਲਪਨ, ਬਚਪਨ ਤੋਂ ਬਾਅਦ ਜਵਾਨੀ, ਜਵਾਨੀ ਤੋਂ ਬਾਅਦ ਬੁਢੇਪਾ। ਲੇਕਿਨ ਪਾਤਸ਼ਾਹ ਕਹਿੰਦੇ ਕਿ ਇਹਨਾਂ 3 ਅਵਸਥਾਵਾਂ ਦੇ ਵਿੱਚ ਜੇ ਤੂੰ ਰੱਬ ਵਾਲੇ ਪਾਸੇ, ਪ੍ਰਮਾਤਮਾ ਵਾਲੇ ਪਾਸੇ ਟਿਕਿਆ ਨਹੀਂ, ਤੇ ਸਤਿਗੁਰੂ ਜੀ ਫਿਰ ਕਹਿੰਦੇ ਨੇ ਕਿ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਕਹਿੰਦੇ ਕਿ ਪਰਮੇਸ਼ਵਰ ਦੇ ਭਜਨ ਤੋਂ ਬਿਨਾਂ ਇਹ 3 ਅਵਸਥਾਵਾਂ ਤੇਰੀਆਂ ਜਿਹੜੀਆਂ ਨੇ ਇਹ ਬਿਰਥਾਂ ਜਾਣਗੀਆਂ। ਭਾਵੇਂ ਬਾਲਪਨ ਹੋਵੇ, ਬਿਰਧ ਜਵਾਨੀ ਹੋਵੇ, ਬੁਢੇਪਾ ਹੋਵੇ। ਕਹਿੰਦੇ ਕਿ ਇਹਨਾਂ 3 ਅਵਸਥਾਵਾਂ ਨੇ ਤੇਰੇ ਹੱਥੋਂ ਨਿਕਲ ਜਾਣਾ ਤੇ ਅਖੀਰ ਬੁਢੇਪੇ ਵਿੱਚ ਜਾ ਕੇ ਤੇਰੇ ਪੱਲੇ ਕੇਵਲ ਪਛਤਾਵਾ ਰਹਿ ਜਾਏਗਾ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਕੁਝ ਕੁ ਪ੍ਰਮਾਣ ਆਪਾਂ ਬਾਣੀ ਵਿੱਚ ਲੈਂਦੇ ਹਾਂ। ਤੇ ਬਾਬਾ ਕਬੀਰ ਜੀ ਦਾ ਸ਼ਬਦ ਆਉਂਦਾ, ਰਾਗ ਆਸਾ, ਜਿਸ ਵਿੱਚ ਬਾਬਾ ਕਬੀਰ ਨੇ ਬਹੁਤ ਸੋਹਣੇ ਬਚਨ ਕੀਤੇ ਨੇ। ਕਹਿੰਦੇ ਕਿ ਮਨੁੱਖ ਦੀ ਅਵਸਥਾ ਕੀ ਹੈ, ਕਹਿੰਦੇ ਕਿ 12 ਵਰਸਾਂ ਤੱਕ, 12 ਸਾਲ ਦੀ ਉਮਰ ਤੱਕ ਕੇਵਲ ਬਾਲਪਨ ਹੈ, ਕਿਸੇ ਚੀਜ਼ ਦੀ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੇਵਲ ਆਪਣੀ ਮੌਜ ਵਿੱਚ ਲੱਗਿਆ ਹੋਇਆ। ਕਹਿੰਦੇ ਕਿ ਜਦੋਂ ਤੱਕ 12 ਸਾਲ ਦੀ ਅਵਸਥਾ ਤੱਕ ਬਾਲਪਨ ਹੈ, ਕਿਸੇ ਚੀਜ਼ ਦੀ ਚਿੰਤਾ ਫਿਕਰ ਨਹੀਂ ਹੁੰਦੀ। ਲੇਕਿਨ ਜਿਉਂ 12 ਸਾਲਾਂ ਦੇ ਬਾਅਦ ਫਿਰ 20 ਸਾਲਾਂ ਤੱਕ ਆਉਂਦਾ ਹਾਂ, ਇਹਦੇ ਸਰੀਰ ਦੇ ਵਿੱਚ ਤਬਦੀਲੀ ਆਉਂਦੀ ਹੈ। ਉਹ ਜਿਹੜਾ ਬਾਲਪਨ ਵਾਲੀ ਅਵਸਥਾ ਉਹ ਹੌਲੇ ਹੌਲੇ ਮੁੱਕਣੀ ਸ਼ੁਰੂ ਹੁੰਦੀ ਆ, ਜਵਾਨੀ ਪ੍ਰਵੇਸ਼ ਕਰਦੀ ਹਾਂ। ਲੇਕਿਨ ਬਾਬਾ ਕਬੀਰ ਜੀ ਕਹਿੰਦੇ ਕਿ 12 ਵਰਸਾਂ ਤੱਕ ਜਿਹੜੀ ਆਰਬਲਾ ਸੀ ਬਚਪਨ ਦੀ, ਉਹ ਵੀ ਖੇਡਾਂ ਕੂਦਾਂ ਵਿੱਚ ਚਲੀ ਗਈ। ਹੁਣ ਜਵਾਨੀ ਆਏ ਤੇ ਜਵਾਨੀ ਵਿੱਚ ਆਪਣੇ ਆਪ ਨੂੰ ਸੰਭਾਲਦਾ ਪਿਆ ਹਾਂ, ਪਰਮੇਸ਼ਵਰ ਦੀ ਆਰਾਧਨਾ ਭਗਤੀ ਵਾਲੇ ਪਾਸੇ ਫਿਰ ਵੀ ਸੁਰਤ ਨਹੀਂ ਗਈ। ਬਾਬਾ ਕਬੀਰ ਜੀ ਫਰਮਾਉਂਦੇ ਕਹਿੰਦੇ ਕਿ ਫਿਰ 20 ਸਾਲ ਤੋਂ ਲੈ ਕੇ 30 ਸਾਲ ਤੱਕ
ਮਨੁੱਖ ਜਿਹੜਾ ਪੂਰੀ ਜਵਾਨੀ ਵਿੱਚ ਪ੍ਰਵੇਸ਼ ਕਰਦਾ। ਲੇਕਿਨ ਹੈਰਾਨਗੀ ਦੀ ਗੱਲ ਕਿ ਇਹ ਜਿਹੜੀ ਜਵਾਨੀ ਦੀ ਅਵਸਥਾ, ਇਹ ਮਨੁੱਖ ਸੋਚਦਾ ਕਿ ਹੁਣ ਮੈਂ ਕੁਝ ਪੜ੍ਹ ਲਿਖ ਜਾਵਾਂ, ਕੁਝ ਕਮਾ ਲਿਆ, ਆਪਣੇ ਆਉਣ ਵਾਲੇ ਸਮੇਂ ਨੂੰ ਮੈਂ ਸੌਖਾ ਬਣਾ ਲਵਾਂ। ਤੇ ਹੁਣ 30 ਸਾਲ ਦੇ ਬਾਅਦ ਫਿਰ 60 ਸਾਲ ਤੱਕ ਕਹਿ ਲਓ, ਜਿਹੜੀ ਬੁਢੇਪੇ ਆਉਣ ਤੱਕ ਜਿਹੜੀ ਅਵਸਥਾ ਫਿਰ ਕਮਾਉਣ ਦੇ ਵਿੱਚ, ਖਾਣ ਦੇ ਵਿੱਚ ਲੱਗ ਜਾਂਦੀ ਹੈ। ਬਾਬਾ ਕਬੀਰ ਜੀ ਕਹਿੰਦੇ ਕਿ ਨਾ ਤੇ ਤੂੰ ਪੂਜਾ ਕੀਤੀ, ਨਾ ਭਗਤੀ ਕੀਤੀ, ਨਾ ਆਰਾਧਨਾ ਕੀਤੀ। ਬਾਲਪਨ ਤੋਂ ਜਵਾਨੀ, ਜਵਾਨੀ ਤੋਂ ਬੁਢੇਪੇ ਵਾਲੇ ਪਾਸੇ ਆ ਗਿਆ। ਲੇਕਿਨ ਬਾਬਾ ਕਬੀਰ ਜੀ ਕਹਿੰਦੇ ਕਿ ਤੇਰੇ ਹੱਥ ਫਿਰ ਵੀ ਖਾਲੀ ਦੇ ਖਾਲੀ ਦੇ। ਆਪਣੇ ਮਨੁੱਖਾ ਜਨਮ ਦੀ ਤੂੰ ਪਛਾਣ ਹਾਲੇ ਕੀਤੀ ਨਹੀਂ। ਬਾਬਾ ਕਬੀਰ ਜੀ ਫਰਮਾਉਂਦੇ 12 ਬਰਸ ਪਾਲਪਨ ਬੀਤੇ, 20 बरस का तप ना कियो, 30 बरस का देव ना पूजा, फिर पछताना बिरध भयो। कहने कि 30 वर्षों तक ते तू किसी की पूजा नहीं की, आराधना की ने रब की, फिर आखिर भी तेरे को पछतावा ही रह गया। बाबा कबीर जी कहने कि वेख तेरी अवस्था तो वह बनी हाँ कि जदों तेरे को समा सी, कहने कि तू अपने आप को पछाणिया नहीं, ਤੇ ਜਦੋਂ ਹੁਣ ਬੁਢੇਪੇ ਵਿੱਚ ਆਇਆ ਤੇ ਫਿਰ ਬੁਢੇਪੇ ਵਿੱਚ ਤੈਨੂੰ ਆਪਣੇ ਤਨ ਦੀ, ਆਪਣੇ ਆਪ ਦੀ ਚਿੰਤਾ ਪਈ। ਫਿਰ ਬਾਬਾ ਕਬੀਰ ਜੀ ਅਗਲੇ ਬਚਨ ਫਰਮਾਉਂਦੇ ਨੇ, ਕਹਿੰਦੇ ਕਿ ਜਿਸ ਤਰ੍ਹਾਂ ਤਲਾਬ ਦੇ ਵਿੱਚ ਪਾਣੀ ਹੈ, ਹੁਣ ਜਦੋਂ ਤੱਕ ਤਲਾਬ ਪਾਣੀ ਦੇ ਨਾਲ ਭਰਿਆ, ਇੱਕ ਮਨੁੱਖ ਨੇ ਉਹਦੀ ਸੰਭਾਲ ਨਾ ਕੀਤੀ, ਤੇ ਜਦੋਂ ਪਾਣੀ ਦੇ ਨਾਲ ਤਲਾਬ ਸੁੱਕ ਜਾਵੇ, ਉਹਦੇ ਬਾਅਦ ਉਹਦੇ ਆਲੇ ਦੁਆਲੇ 4 ਦੀਵਾਰੀਆਂ ਕਨੇ ਬੰਨਾ ਮਾਰੇ, ਫਿਰ ਉਹ ਕਿਸ ਕੰਮ ਦਾ? ਕਿਉਂਕਿ ਜਦੋਂ ਤੱਕ ਪਾਣੀ ਭਰਿਆ ਸੀ ਉਦੋਂ ਤੱਕ ਤੂੰ ਪਰਵਾਹ ਨਹੀਂ ਕੀਤੀ। ਹੁਣ ਤਲਾਬ ਸੁੱਕਣ ਦੇ ਬਾਅਦ ਸਰੋਵਰ ਸੁੱਕ ਗਿਆ, ਪਾਣੀ ਉਹਦੇ ਵਿੱਚ ਰਿਹਾ ਨਹੀਂ, ਤੇ ਹੁਣ ਉਹਦੇ ਆਲੇ ਦੁਆਲੇ ਦੀਵਾਰਾਂ ਮਾਰ ਕੇ ਤੈਨੂੰ ਕੁਝ ਲਾਭ ਨਹੀਂ ਮਿਲਣਾ। ਬਾਬਾ ਕਬੀਰ ਜੀ ਕਹਿੰਦੇ ਕਿ ਖੇਤਾਂ, ਇਹ ਕਿਸਾਨ ਖੇਤੀ ਕਰਦਾ ਤੇ ਪਹਿਲਾ ਯਤਨ ਹੁੰਦਾ ਕਿ ਪਸ਼ੂਆਂ ਤੋਂ ਮੈਂ ਆਪਣੇ ਖੇਤੀ ਦੀ, ਆਪਣੇ ਖੇਤ ਦੀ ਸੰਭਾਲ ਕਰਾਂ, ਉਹਦੇ ਵਾਸਤੇ ਵਾੜ ਲਾਈ ਜਾਂਦੀ ਹੈ। ਲੇਕਿਨ ਜਦੋਂ ਖੇਤ ਫਸਲ ਤਿਆਰ ਹੋਵੇ, ਬੰਦਾ ਵਾੜ ਲਾਵੇ ਨਾ, ਪ੍ਰਵਾਹ ਕਰੇ ਨਾ, ਤੇ ਅਵਾਰਾ ਪਸ਼ੂ ਆਉਣ, ਜਾਨਵਰ ਆਉਣ, ਪੰਛੀ ਆਉਣ, ਉਸ ਫਸਲ ਨੂੰ ਕਰ ਦੇਣ ਬਰਬਾਦ। ਤੇ ਜਦੋਂ ਫਸਲ ਬਰਬਾਦ ਹੋ ਜਾਵੇ, ਉਹਦੇ ਬਾਅਦ ਉਹਦੇ ਅੱਗੇ ਦੁਆਗੇ ਪਿੱਛੇ ਵਾੜ ਲਾ ਦੇਵੇ, ਤੇ ਫਿਰ ਵਾੜ ਲਾਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਬਾਬਾ ਕਬੀਰ ਜੀ ਕਹਿੰਦੇ ਕਿ ਜਵਾਨੀ ਆ, ਜਵਾਨੀ ਤੇ ਇੱਕ ਭਰੇ ਹੋਏ ਤਲਾਬ ਦੀ ਵਾਂਗੂ ਹਾਂ। ਤੂੰ ਜਵਾਨੀ ਵਿੱਚ ਕੁਝ ਲਾਭ ਖੱਟਣਾ ਸੀ, ਜਵਾਨੀ ਤੇ ਇੱਕ ਹਰੀ ਭਰੀ ਫਸਲ ਦੇ ਨਿਆਈ ਹਾਂ ਕਿ ਜਿਹਦੇ ਆਲੇ ਦੁਆਲੇ ਤੂੰ ਵਿਕਾਰਾਂ ਤੋਂ ਰੋਕਣ ਵਾਸਤੇ ਕੁਝ ਵਾੜ ਲਾਉਣੀ ਸੀ। ਲੇਕਿਨ ਉਹ ਸਮਾਂ ਤੇਰੇ ਹੱਥੋਂ ਨਿਕਲ ਗਿਆ, ਤੇ ਹੁਣ ਜਦੋਂ ਸਰੋਵਰ ਸੁੱਕ ਗਿਆ, ਫਸਲ ਬਰਬਾਦ ਹੋ ਗਈ, ਹੁਣ ਲਾਭ ਕੀ ਹੋਣਾ? ਬਾਬਾ ਕਬੀਰ ਜੀ ਫਰਮਾਉਂਦੇ ਨੇ, ਕਹਿੰਦੇ ਕਿ ਸੂਕਾ ਸਰਵਰ ਪਾਲ ਬੰਧਾਵਾ, ਲੂਣੇ ਖੇਤ ਹਥਵਾਰ ਕਰੈ, ਆਇਓ ਚੋਰ ਤੁਰੰਤੀ ਲੈ ਗਇਓ, ਮੇਰੀ ਰਾਖੀ ਮੁਗਧ ਫਿਰੇ। ਕਹਿੰਦੇ ਕਿ ਫਿਰ ਅਵਸਥਾ ਉਹ ਆਣੀ ਆ ਕਿ ਜਮਦੂਤ ਜਿਹੜਾ ਚੋਰ ਬਣ ਕੇ ਆਏਗਾ, ਤੇਰੀ ਜਿੰਦ ਨੂੰ ਕੱਢ ਕੇ ਲਿਜਾਏਗਾ, ਲੇਕਿਨ ਤੇਰੇ ਪੱਲੇ ਬਚਣਾ ਕੁਛ ਨਹੀਂ। ਤੇ ਅੱਜ ਦੇ ਪਵਿੱਤਰ ਬਚਨਾਂ ਵਿੱਚ ਬਾਬਾ ਕਬੀਰ ਜੀ ਫਰਮਾਉਂਦੇ ਨੇ, ਕਹਿੰਦੇ ਕਿ ਥਰਹਰ ਕੰਪੈ ਬਾਲਾ ਜੀਓ। ਤੇ ਬਾਲਾ ਦਾ ਅਰਥ ਬਾਲੜੀ, ਛੋਟੀ ਨਿਮਾਣੀ। ਜਿਵੇਂ ਘਰਾਂ ਵਿੱਚ ਬੱਚੀਆਂ ਨੇ, ਬੱਚਿਆਂ ਨੂੰ ਬਾਲੜੀਏ ਕਿਹਾ ਜਾਂਦਾ। ਬਾਬਾ ਕਬੀਰ ਜੀ ਕਹਿੰਦੇ ਕਿ ਜਦੋਂ ਮੇਰੇ ਕੋਲ ਜਵਾਨੀ ਸੀ, ਇਸ ਤਨ ਦੇ ਵਿੱਚ ਤੰਦਰੁਸਤੀ ਸੀ, ਕਹਿੰਦੇ ਕਿ ਉਦੋਂ ਤੱਕ ਇਹ ਬਾਲੜੀ ਸੀ, ਨਿਮਾਣੀ ਸੀ ਜਿੰਦ, ਇਹਨੂੰ ਕਿਸੇ ਗੱਲ ਦੀ ਸੋਝੀ ਨਹੀਂ। ਹੁਣ ਆਪਾਂ ਤੱਕਦੇ ਹਾਂ, ਜਿਸ ਧਰਤੀ ਤੇ ਆਪਾਂ ਰਹਿ ਰਹੇ ਹਾਂ ਨਾ, ਇੱਥੇ ਪੁਰਾਤਨ ਸਮੇਂ ਨਵੀਨਤਾ ਵਾਲੇ ਪਾਸੇ ਨਹੀਂ, ਪੁਰਾਤਨ ਸਮੇਂ ਵਾਲੇ ਪਾਸੇ ਝਾਤੀ ਮਾਰੀਏ ਨਾ, ਤੇ ਜਦੋਂ ਘਰ ਵਿੱਚ ਧੀ ਹੋਵੇ, ਬੱਚੀ ਹੋਵੇ, ਭੈਣ ਹੋਵੇ, ਤੇ ਮਾਤਾ ਪਿਤਾ ਨੂੰ ਸਾਰਿਆਂ ਤੋਂ ਵੱਧ ਚਿੰਤਾ ਹੁੰਦੀ ਸੀ ਕਿ ਵਿਆਹ ਦੇ ਬਾਅਦ ਇਹਦਾ ਅਸਲ ਜੀਵਨ ਆਰੰਭ ਹੋਣਾ। ਤੇ ਜਦੋਂ ਤੱਕ ਧੀ ਆਪਣੇ ਮਾਤਾ ਪਿਤਾ ਦੇ ਘਰ ਵਿੱਚ ਆ, ਉਹਨੂੰ ਹਰ ਚੀਜ਼ ਸਿਖਾਈ ਜਾਂਦੀ, ਖਾਣਾ, ਰੋਟੀ ਪਾਣੀ, ਕੱਪੜੇ ਲੱਤੇ ਦੀ ਹਰ ਚੀਜ਼ ਦੀ ਸਿਖਾਈ ਕੀਤੀ ਜਾਂਦੀ, ਤਾਂ ਕਿ ਜੇ ਆਪਣੇ ਪੇਕੇ ਪਰਿਵਾਰ ਵਿੱਚ ਸਿੱਖ ਜਾਵੇ ਤੇ ਸਹੁਰੇ ਪਰਿਵਾਰ ਵਿੱਚ ਜਾ ਕੇ ਇਹਨੂੰ ਕਿਸੇ ਗੱਲ ਦੀ ਤਕਲੀਫ ਨਹੀਂ ਹੋਣੀ। ਲੇਕਿਨ ਜੇ ਬੱਚੀ ਘਰ ਵਿੱਚ ਹੋਵੇ, ਜਵਾਨ, ਉਹਨੂੰ ਕਿਸੇ ਚੀਜ਼ ਦੀ ਕੋਈ ਸਿਖਲਾਈ ਨਾ ਕੀਤੀ ਜਾਵੇ, ਮਾਤਾ ਪਿਤਾ ਕਿਸੇ ਚੀਜ਼ ਬਾਰੇ ਦੱਸਣ ਨਾ, ਤੇ ਜਦੋਂ ਉਹ ਬੱਚੀ ਆਪਣੇ ਸਹੁਰੇ ਪਰਿਵਾਰ ਵਿੱਚ ਜਾਂਦੀ ਨਾ, ਤੇ ਉੱਥੇ ਜਾ ਕੇ ਕਈ ਵਾਰੀ ਉਹਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਕਿ ਇਤਨਾ ਸਮਾਂ ਪੇਕੇ ਘਰ ਵਿੱਚ ਲਾ ਕੇ ਆਈ, ਲੇਕਿਨ ਸਿੱਖਿਆ ਕੁਝ ਵੀ ਨਾ ਇਹਨੂੰ ਕੱਢਣਾ ਆਉਂਦਾ, ਕੋਈ ਨਾ ਬਣਾਉਣਾ ਆਉਂਦਾ, ਇਹਨੇ ਕੋਈ ਚੱਜ,
ਕੁਝ ਅੱਜ ਸਿੱਖਿਆ ਹੀ ਨਹੀਂ। ਪਾਤਸ਼ਾਹ ਕਹਿੰਦੇ ਕਿ ਅਸਲ ਵਿੱਚ ਇਹ ਜਿੰਦ ਜਿਹੜੀ ਆ ਨਾ, ਇਹ ਤੇ ਇੱਕ ਬਾਲੜੀ ਬੱਚੀ ਦੇ ਵਾਂਗੂ ਹਾਂ। ਇਹ ਜਵਾਨੀ ਦੇ ਵਿੱਚ ਜਦੋਂ ਸਮਾਂ ਬਤੀਤ ਹੋਵੇ ਨਾ, ਤੇ ਬਾਲਪਨ ਵਿੱਚ ਸਮਾਂ ਚਲਾ ਜਾਵੇ, ਕਿਸੇ ਗੱਲ ਦੀ ਸੋਝੀ ਨਾ ਆਵੇ, ਤੇ ਫਿਰ ਅਖੀਰ ਵਿੱਚ ਜਾ ਕੇ ਪਛਤਾਉਣਾ ਪਾ ਜਾਂਦਾ। ਥਰ ਹਰ ਕੰਪੈ ਬਾਲਾ ਜੀਓ, ਕਹਿੰਦੇ ਕਿ ਹੁਣ ਮੇਰੀ ਜਿੰਦ ਜਿਹੜੀ ਆ ਨਾ, ਇਹ ਥਰ ਥਰ ਕੇ ਕੰਬਦੀ ਪਈ ਹੈ, ਡਰਦੀ ਪਈ ਹਾਂ। ਕਿਸ ਕਰਕੇ? ਨਾ ਜਾਣੋ ਕਿਆ ਕਰਸੀ ਪਿਓ, ਕਿ ਹੁਣ ਜਵਾਨੀ ਮੁੱਕ ਗਈ, ਸਮਾਂ ਨੇੜੇ ਆ ਗਿਆ। ਤੇ ਹੁਣ ਜਦੋਂ ਇਸ ਸਰੀਰ ਨੂੰ ਛੱਡ ਕੇ ਮੈਂ ਉਸ ਪਤੀ ਪਰਮਾਤਮਾ ਨੂੰ ਮਿਲਾਂਗੀ, ਤੇ ਪਰਮਾਤਮਾ ਪਤੀ ਨੇ ਮੇਰੇ ਨਾਲ ਪਤਾ ਨਹੀਂ ਕੀ ਵਰਤਾਓ ਕਰਨਾ। ਨਾ ਜਾਣੋ ਕਿਆ ਕਰਸੀ ਪਿਓ, ਕਹਿੰਦੇ ਕਿ ਹੁਣ ਡਰ ਹਾਂ ਕਿ ਮੇਰਾ ਪੀ, ਮੇਰਾ ਪਤੀ ਮੈਨੂੰ ਕੀ ਕਹੇਗਾ, ਕਿਉਂਕਿ ਜਦੋਂ ਜਵਾਨੀ ਸੀ ਉਦੋਂ ਤੱਕ ਮੈਂ ਕੁਛ ਕੀਤਾ ਹੀ ਨਹੀਂ। ਲੇਕਿਨ ਪਾਤਸ਼ਾਹ ਬਾਣੀ ਵਿੱਚ ਮਨੁੱਖ ਨੂੰ ਨਿਰਾਸ਼ਤਾ ਵਾਲੇ ਪਾਸੇ ਨਹੀਂ ਲਿਜਾਂਦੇ। ਬਾਣੀ ਵਿੱਚ ਸਤਿਗੁਰੂ ਜੀ ਇੱਕ ਦੋਵੇਂ ਪੱਖ ਰੱਖਦੇ ਨੇ। ਇੱਕ ਪੱਖ ਰੱਖਦੇ ਨੇ, ਜੇ ਸਮਾਂ ਚਲਾ ਗਿਆ ਤਾਂ ਉਸ ਨੂੰ ਸੰਭਾਲਣਾ ਸੀ। ਲੇਕਿਨ ਪਾਤਸ਼ਾਹ ਕਹਿੰਦੇ ਕਿ ਜੇ ਸਮਾਂ ਹਾਲੇ ਵੀ ਤੇਰੇ ਕੋਲ ਹੈ, ਜੇ ਬੁਢੇਪਾ, ਤਾਂ ਵੀ ਤੂੰ ਚਿੰਤਾ ਨਾ ਕਰੀ, ਕਿਉਂਕਿ ਹਾਲੇ ਤੱਕ ਅਖੀਲੇ ਸਵਾਸ ਨਹੀਂ। ਕਹਿੰਦੇ ਕਿ ਅਖੀਲੇ ਸਵਾਸਾਂ ਤੱਕ ਤੂੰ ਨਿਰਾਸ਼ ਨਾ ਹੋ, ਤੂੰ ਕੁਝ ਯਤਨ ਕਰ ਸਕਦਾ। ਹੁਣ ਅਸਲ ਵਿੱਚ ਜਦੋਂ ਤੱਕ ਜਵਾਨੀ ਹੈ, ਮਨੁੱਖ ਦਾ ਧਿਆਨ ਇਸ ਪਾਸੇ ਨਹੀਂ, ਕੇਵਲ ਕਮਾਉਣ ਵਿੱਚ, ਹੰਡਾਉਣ ਵਾਸਤੇ, ਪਾਉਣ ਵਾਸਤੇ, ਤੇ ਮਨੁੱਖ ਯਤਨ ਕਰਦਾ ਪਿਆ ਕਿ ਮੈਂ ਕੁਝ ਬਣ ਕੇ ਦਿਖਾਵਾਂ। ਤੇ ਇਸੇ ਬਣਨ ਦੇ ਉਪਰਾਲੇ ਵਿੱਚ ਹੀ ਨਾ ਅੱਜ ਸਾਰੀ ਜਵਾਨੀ ਲੰਘਦੀ ਜਾ ਰਹੀ ਹੈ। ਅੱਜ ਆਪਾਂ ਵੇਖਦੇ ਹਾਂ ਨੌਜਵਾਨਾਂ ਨੂੰ, ਗੁਰੂ ਘਰਾਂ ਦੇ ਵਿੱਚ ਵੇਖਦੇ ਹਾਂ ਕਿ ਗੁਰੂ ਘਰਾਂ ਦੀ ਇਮਾਰਤਾਂ ਤੇ ਬਹੁਤ ਵੱਡੀਆਂ ਵੱਡੀਆਂ ਬਣਾ ਦਿੱਤੀਆਂ ਗਈਆਂ ਨੇ, ਲੇਕਿਨ ਉਹਨਾਂ ਵਿੱਚ ਬੈਠੇ ਹੋਏ ਕਿੰਨੇ ਕੁ ਸਿੱਖ ਨਜ਼ਰ ਆਉਂਦੇ ਨੇ। ਅੱਜ ਜਵਾਨੀ ਜਿਹੜੀ ਆ ਨਾ, ਗੁਰੂ ਘਰਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਅੱਜ ਇੱਕ ਨੌਜਵਾਨ ਕੋਲ ਕੇਵਲ ਇਹੋ ਹੀ ਗੱਲ ਰਹਿ ਗਈ ਕਿ ਮੈਂ ਆਪਣਾ ਕੈਰੀਅਰ ਬਣਾਉਣਾ, ਮੈਂ ਕੁਝ ਹਾਸਲ ਕਰਨਾ, ਰੁਪਈਆ ਪੈਸਾ ਧਨ ਇਕੱਤਰ ਕਰਨਾ। ਇਸ ਪਾਸੇ ਸਾਡਾ ਧਿਆਨ ਹੀ ਨਹੀਂ ਜੀ। ਕੈਰੀਅਰ ਬਣਾਉਣ ਵਾਲਾ, ਸਾਡੀ ਜ਼ਿੰਦਗੀ ਬਣਾਉਣ ਵਾਲਾ ਤੇ ਹੈ ਹੀ ਗੁਰੂ। ਜੇ ਗੁਰੂ ਵਾਲੇ ਪਾਸੇ ਟਿਕਾਂਗੇ ਤੇ ਗੁਰੂ ਨੇ ਰਹਿਮਤ ਬਖਸ਼ਿਸ਼ ਕਰਕੇ ਆਉਣ ਵਾਲਾ ਸਮਾਂ ਸੁੱਖਾਂ ਦੇ ਨਾਲ ਭਰ ਜਾਣਾ। ਲੇਕਿਨ ਅੱਜ ਵੇਖਦੇ ਹਾਂ ਗੁਰੂ ਘਰ ਖਾਲੀ ਪਏ ਹੁੰਦੇ ਨੇ, ਲੇਕਿਨ ਅੰਦਰ ਸੁਣਨ ਵਾਸਤੇ ਸਿੱਖ ਨਹੀਂ। ਇਸ ਤੇ ਅਵਸਥਾ ਉਹੀ ਬਣ ਗਈ ਨਾ ਕਿ ਮਾਸਟਰ ਤੇ ਬੈਠਾ ਹੈ, ਟੀਚਰ ਤੇ ਬੈਠਾ ਹੈ, ਲੇਕਿਨ ਸਕੂਲ ਵਿੱਚ ਪੜ੍ਹਨ ਵਾਸਤੇ ਵਿਦਿਆਰਥੀ ਆਏ ਨੇ। ਹੁਣ ਸਕੂਲ ਵੀ ਸੋਹਣਾ ਬਣਾ ਦਿੱਤਾ ਗਿਆ, ਮਾਸਟਰ ਵੀ ਤਿਆਰੀ ਵਿੱਚ ਬੈਠਾ। ਜੇ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨਾ ਆਉਣ ਤੇ ਗਲਤੀ ਕਿਹਦੀ? ਵਿਦਿਆਰਥੀ ਦੀ ਹੈ। ਕਿਉਂਕਿ ਇਹ ਗੁਰੂ ਘਰ ਜਿਹੜੇ ਨੇ, ਇਹ ਤੇ ਗੁਰਮਤਿ ਦੀ ਤਾਲੀਮ ਹਾਸਲ ਕਰਨ ਵਾਸਤੇ ਵਿਦਿਆਲੇ ਨੇ, ਸਕੂਲ ਨੇ। ਜੇ ਅਸੀਂ ਜਾਣਾ ਹੀ ਨਹੀਂ ਤੇ ਸਿੱਖਣਾ ਕਿੱਥੋਂ ਹਾਂ? ਜੇ ਗੁਰੂ ਚਰਨਾਂ ਵਿੱਚ ਜਾ ਕੇ ਕੁਝ ਸਮਾਂ ਬੈਠ ਕੇ ਕੁਝ ਗੁਰੂ ਤੋਂ ਸਿੱਖਣਾ ਹੀ ਨਹੀਂ, ਹਾਸਲ ਹੀ ਨਹੀਂ ਕਰਨਾ, ਤੇ ਜਵਾਨੀ ਨੂੰ ਫਿਰ ਸਵਾਰਾਂਗੇ ਕਿਵੇਂ? ਪਾਤਸ਼ਾਹ ਸਾਨੂੰ ਕਹਿੰਦੇ ਕਿ ਸਮਾਂ ਹਾਲੇ ਵੀ ਹੈ। ਕਿਉਂਕਿ ਇੱਕ ਵਿਦਵਾਨ ਦਾ ਕਹਿਣਾ ਕਿ ਅਸਲ ਵਿੱਚ ਜਿਹੜਾ ਮਨੁੱਖ ਜਵਾਨੀ ਵਿੱਚ ਗੁਰੂ ਤੋਂ ਦੂਰ ਰਿਹਾ ਨਾ, ਉਹਦਾ ਬੁਢੇਪਾ ਦੁਖਦਾਇਕ ਜ਼ਰੂਰ ਹੋਏਗਾ। ਇਹਦੇ ਵਿੱਚ ਸ਼ੰਕਾ ਕੋਈ ਗੱਲ, ਸ਼ੰਕਾ ਵਾਲੀ ਕੋਈ ਗੱਲ ਹੈ ਹੀ ਨਹੀਂ। ਕਿਉਂਕਿ ਜਿਹਨੇ ਜਵਾਨੀ ਹੀ ਕੇਵਲ ਐਸ਼ੋ ਇਸ਼ਰਤ ਵਿੱਚ ਬਤੀਤ ਕਰ ਦਿੱਤੀ, ਉਹਦਾ ਬੁਢੇਪਾ ਦੁੱਖਾਂ ਦੇ ਨਾਲ ਭਰਿਆ। ਇੱਕ ਵਿਦਵਾਨ ਕਹਿੰਦਾ, ਕਹਿੰਦੇ ਕਿ ਵੇਖੋ, ਆਪਾਂ ਪਿੰਡਾਂ ਥਾਂ 'ਚ ਪੁਰਾਤਨ ਸਮੇਂ 'ਚ ਵੇਖਦੇ ਸਾਂ ਕਿ ਜਦੋਂ ਪਿੰਡਾਂ ਵਿੱਚ ਮੇਲਾ ਭਰਨਾ ਤੇ ਕਿਤਨੀਆਂ ਰੌਣਕਾਂ ਹੋਣੀਆਂ, ਕਿਤੇ ਝੂਲੇ ਝੂੜਦੀਆਂ ਸਵਾਣੀਆਂ ਬੱਚੀਆਂ ਹੋਣੀਆਂ, ਕਿਤੇ ਹਲਵਾਈਆਂ ਨੇ ਬੈਠਾ ਹੋਣਾ, ਕਿਤੇ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੀ ਖੇਡਾਂ ਹੋਣੀਆਂ। ਕਹਿੰਦੇ ਕਿ ਜਦੋਂ ਮੇਲਾ ਲੱਗ ਗਿਆ ਉਹਦੇ ਵਿੱਚ ਰੌਣਕਾਂ ਨੇ, ਆਉਣ ਜਾਣ ਵਾਲੇ ਬੰਦਿਆਂ ਦੀ ਭਰਮਾਰ। ਲੇਕਿਨ ਜਦੋਂ ਉਹੀ ਮੇਲਾ ਉਜੜ ਜਾਂਦਾ, ਖਤਮ ਹੋ ਜਾਂਦਾ, ਤੇ ਉਸ ਮੇਲੇ ਦੇ ਵਿੱਚ ਜਾ ਕੇ ਤੁਸੀਂ ਕਦੇ ਵੇਖੋ ਕੇਵਲ ਕੂੜਾ ਤੇ ਕਰਕਟ ਰਹਿ ਜਾਂਦਾ। ਉੜਦੇ ਕਾਗਜ਼ ਹੋਣਗੇ, ਭੱਠੀਆਂ ਦੀ ਸੜੀ ਹੋਈ ਸਵਾਹ ਪਈ ਹੋਣੀ ਆ, ਥਾਂ ਥਾਂ ਕਿਲਾਰਾ ਪਿਆ ਹੋਣਾ। ਤੇ ਵਿਦਵਾਨ ਕਹਿੰਦਾ ਕਿ ਇਸੇ ਤਰੀਕੇ ਨਾਲ ਜਵਾਨੀ ਤੇ ਇੱਕ ਮੇਲਾ ਹੈ, ਤੇ ਬੁਢੇਪਾ ਇਹਦਾ ਕੂੜਾ ਕਰਕਟ। ਜੇ ਜਵਾਨੀ ਨੂੰ ਸੰਭਾਲਿਆ ਤੇ ਪਾਤਸ਼ਾਹ ਕਹਿੰਦੇ ਕਿ ਬੁਢੇਪਾ ਤੇਰਾ ਸੌਖਾ ਨਿਕਲੇਗਾ। ਲੇਕਿਨ ਜੇ ਤੂੰ ਜਵਾਨੀ ਵਿੱਚ ਹੀ ਪਰਮਾਤਮਾ ਤੋਂ ਦੂਰ ਰਿਹਾ ਤੇ ਬੁਢੇਪਾ ਫਿਰ ਤੇਰੇ ਵਾਸਤੇ ਦੁਖਦਾਈ ਬਣ ਜਾਏਗਾ, ਕਿਉਂਕਿ ਹਾਲੇ ਵੀ ਤੇਰੇ ਕੋਲ ਸਮਾਂ ਹੈ। ਪਾਤਸ਼ਾਹ ਬਚਨ ਕਰਨ ਰਿਆਣ ਗਈ ਮਤ ਦਿਨ ਵੀ ਜਾਏ, ਕਹਿੰਦੇ ਕਿ ਰਾਤ ਤੇ ਬਤੀਤ ਹੋ ਗਈ, ਮਤਾਂ ਦਿਨ ਵੀ ਤੇਰੇ ਹੱਥੋਂ ਚਲਾ ਜਾਏ। ਇਹਦੇ ਭਾਵ ਅਰਥ ਕਰਾਂਗੇ ਕਿ ਜੀਵਨ ਰੂਪੀ ਇਹ ਜਿਹੜੀ ਰਾਤ ਬਤੀਤ ਹੁੰਦੀ ਪਈ, ਉਹ ਜਵਾਨੀ ਰੂਪੀ। ਕਹਿੰਦੇ ਕਿ ਕਿਤੇ ਤੇਰੇ ਕੋਲ ਮੌਤ ਦਾ ਜਿਹੜਾ ਬੁਢੇਪੇ ਦਾ ਸਮਾਂ ਉਹ ਵੀ ਤੇਰੇ ਹੱਥੋਂ ਨਾ ਚਲਾ ਜਾਏ। ਕਹਿੰਦੇ ਕਿ ਜਵਾਨੀ ਦੀ ਰਾਤ ਤੂੰ ਬਤੀਤ ਕਰ ਦਿੱਤੀ, ਹੁਣ ਬੁਢੇਪੇ ਦਾ ਦਿਨ ਤੇਰੇ ਕੋਲ ਹਾਂ। ਕਿਤੇ ਤੂੰ ਚਿੰਤਾ ਫਿਕਰਾਂ ਦੇ ਵਿੱਚ ਪਾ ਕੇ ਇਸ ਬੁਢੇਪੇ ਨੂੰ ਹੱਥੋਂ ਨਾ ਗਵਾ ਦੇ,
क्योंकि भवर गए बग बाठे आए, भवर का अर्थ करांगे काले ते बग का अर्थ करांगे चिट्टे। पातशाह कहने कि काले केस तेरे चले गए ने, चिट्टे केस तेरे आ गए ने, तेरे उपर बुढ़ेपा हावी हो गया। जिन्हों बाबा भीखण जी कहते हैं कि नैनो नीर बहे तनखीना, भये केस दुधवानी, रुदा कंठ शब्द नहीं उचरा, अब क्या करे प्राणी, राम राय होए वैद बनवारी, अपने संतेले हो बारी, माथे पीर शरीर जलना करक करे जे माही, ऐसी बेदन उपज खरी भई, वाका औखद नहीं। कहने कि बुढ़ेपा तो एक रोग बन के आ गया, इन्हें तेरे तन विचों जाना नहीं। कहने कि इस बुढ़ेपे ने तेरे जीवन नूं खा लिया, तेरी जवानी नूं खा लिया। मौलाना रूम ने एक बहुत ही सिक्ख्यादायक घटना लिखी। कहने कि एक बुजुर्ग हकीम कोल गया, जाके कहना कि हकीम साहब मेरे सिर में हमेशा दर्द रहता। हकीम कहना बुढ़ेपा। कहने कि मेरे पैरों में ही दर्द होंदा। हकीम ने फिर क्या बुढ़ेपे के कारण। कहने कि मेरे अखां में जलन होंदी है। हकीम कहना बुढ़ेपे के कारण। कहने कि मेरे पैर भी हत्थ भी सही तरीके नाल काम नहीं करते। हकीम ने फिर क्या बुढ़ेपे के कारण। ਜਿਹੜਾ भी कोई इलाज रोग दसे तो हकीम ने कहना बुढ़ेपे के कारण। कहने कि बुजुर्ग नूं गुस्सा आ गया। कहने कि हकीमा तेनू हकीम किने बना दिता, ਜਿਹੜਾ मैं तेन रोग दसदा तू कहते बुढ़ेपे के कारण, किने तेनू हकीम बनाया। तो हकीम ने हस के क्या बुजुर्गो आ जिहड़ा गुस्सा है ये भी बुढ़ेपे के कारण, क्योंकि तू जवानी हार चुकी आ। बुढ़ेपे ने तेरे तन नूं जित लिया, तो जिहदे तन नूं बुढ़ेपे ने जित लिया वो फिर क्रोध ते गुस्से उहदे उपर हावी हो जाता। लेकिन मेरे सतगुरु जी सानूं निराशता वाले पासे नहीं जे जाते। कहने कि हाले समा हाँ, भवर गए बग बाठे आए। कहने कि हुण काले केस जिहड़े चिट्टे हो गए ने, किते ये भी समा तेरे हाथों ना निकल जाए। काचे करवा रहे ना पानी। बाबा कबीर जी कहते कि जदों ये समा हाँ ਇਹਦਾ लाभ खट लईए, क्योंकि एक शरीर जिहड़ा काया कच्ची है, जिवें कच्चे भांडे विच आपां पानी भर के रख दईए ना, उस कच्चे भांडे ने बहुते समय तक टिकना नहीं, उस पानी ने उहदे विचों निकल जाना। जो मेरे सतगुरु जी बचन कहने कि चेतना है तो चेतला निस दिन मैं प्राणी, छिन छिन औद बिहात है फूटे घट जियों पानी। कहने कि एक दिन इन्हें बिनस जाना। इस करके हर गुण काहे ना गावे मूर्ख अज्ञाना, झूठे लालच लाग का नर मरण पछाना, अज हूँ कछ बिगड़ियो नहीं जो प्रभु गुण गावा, कहो नानक ते भजन ते निर्भय पद पावै। कहने कि समा हाले भी तेरे हाथ हाँ, क्योंकि काचे करवा रहे ना पानी, ये शरीर ते कच्चा, ये स्वास रूपी पानी ने टिकना नहीं। हंस चलिया काया कुमलानी, ते जदों इस शरीर दे विचों हंस रूपी जिंद ने उडारी मारनी ना, कहने कि फिर एक काया ने कुमला जाना, क्योंकि बुढ़ेपा हावी होंदा पिया, बुढ़ेपा तेरे तन नूं जितदा पिया। इस करके बाबा कबीर जी फिर अगले बचन करते हैं, कुआर कन्या जासे करत शिंगारा। कहने कि जिवें अणविआही धी होवे ना, बच्चे घर विच कुआरी बच्ची, जे वो शिंगार करती है तो वह शिंगार किसी भी अर्थ का नहीं, क्योंकि विआह हले होया नहीं, वो सिर का साई है नहीं, पति है नहीं, तो बिना पति तो एक बच्ची जितना मर्जी शिंगार कर ले किसी अर्थ नहीं। इस तरीके नाल बाबा कबीर जी कह रहे हैं, कहने कि वेखो जे परमात्मा साडे कोल है नहीं, परमात्मा की याद है नहीं, गुरु की बाणी है नहीं, तो असी भावें जितना मर्जी हार शिंगार कर लिए। हार शिंगार का अर्थ बाहरी तौर पर दिखावा, जितना मर्जी दान पुन कर लिए, जप तप कर लिए, तीर्थ इशनाना ते जाके फिर आइए, गुरु घरां दे विच जाके बैठे रहिए। पातशाह कहने कि जदों तक अंदर नूं कमाउंदे नहीं, जदों तक पति वाले नहीं बनते, जदों तक अपने आप नूं इस्त्री बना के उस परमात्मा नूं पति नहीं मानते, कहने कि फिर ये साडे कीते हुए दान पुन तीर्थ इशनान करने सारे बिरथा ने। कुआर कन्या जैसे करत शिंगारा, कहने कि कुआरी कन्या ने धी ने शिंगार ते कर लिया, लेकिन क्यों मरलियां मानै बाज पतारा, बिना पतार तो बिना पति के कदे सुख प्राप्त नहीं करती। इस करके बाबा कबीर जी समझाते हैं, काग उडावत भुजा पिरानी। कहने कि जिवें एक इस्त्री पुरातन समय जदों किसी प्राहुणे ने घर आउणा ना, तो जे कां आके बनेरे ते बोले लवें, जदों बनेरे ते आके कां ने बोलना तो परिवार विच कहा जांदे कां नूं बोलदा पिया अज लगदा कोई प्राहुणा आउण वाला। तो जदों किसी इस्त्री का पति बाहरों घरों बाहर गया होवे, तो इस्त्री चेते करदी अपने पति नूं, ਉਹਦਾ ध्यान बार बार कां वाले पासे जाता कि कां कदों आके बनेरे ते लवें, आके बनेरे ते बोले तो मैं उडावां मेरा पति आवे। कहने कि हुण ते आस लगी हाँ,
कि कदों वो समा आवे, क्योंकि काग उड़ावत भुजा पिरानी। कहने कि कां नूं उड़ा उड़ा के ते हुण मेरी बाहां भी दर्द करदियां ने। भाओ प्रभु तेरी उਡੀਕ करदे करदे मेरा समा लंघ गया, तेरी उਡੀਕ दे विच मैं अपने जीवन नूं बतीत कर दिता। हुण ते मैं इहो बेनती करदी कि कदों समा आवे तेरे नाल मिलाप होवे। कहाँ कबीर एक कथा सरानी, क्योंकि हुण ते इस शरीर की जिहड़ी कथा ये समाप्ति वाले पासे जांदी, ये शरीर विणसण वाले पासे जा रहा। इस करके बाबा कबीर जी कह रहे, समझा रहे कि सजना हाले भी समा अपने जीवन का लाभ खट ले। जे जवानी तेरी चली गई तो घबरा ना, निराशा वाले पासे ना जा। जे तू बुढ़ेपे में प्रवेश कर चुका तो यदा अर्थ ये कि तेरे के काले केस चिट्टे हो गए ने, तेरे जीवन हुण समाप्ति वाले पासे जा रहा। लेकिन अखीरला श्वास आने तो पहला कुछ अपने वास्ते कर, अपने वास्ते खट ले, ताकि जदों तू उस परमेश्वर के दर ते जावें तो कुछ हासिल हो करके जावें। क्योंकि जीवन तेनों मिलिया, इस जीवन का सफलता तां ही मिलनी है जदों रहंदे श्वासां में परमात्मा की आराधना भगती करांगे। जे अज जवानी है तो अज तू आरंभ करिए तो बुढ़ेपा सुखदाई हो जाएगा। बुढ़ेपे में जाके भी सुरत परमात्मा वाले पासे टिकी रहेगी। सो आओ करिए सतगुरां दे अरदास चरनां विच अरदास के पातशाह तू आप कर रहमत, इहो जी बख्शिश कर कि सारी अनजान मत हाँ, असीं तेरी बख्शिशां नूं जाणदे नहीं, लेकिन तू आप रहमत कर सानूं इहो जी बुद्ध दे कि साडा बालपन जवानी ते बुढ़ीपा तेरी चरनां विच तेरी याद विच बतीत होवे। क्योंकि जदों तेरी याद हिरदे विच होएगी तो तेरी रहमतां तेरियां बख्शिशां होणगीਆਂ, ते जिन्हां दे उपर तेरी बख्शिश होवे उन्हां दे उपर तू रहमत करके ये लोक सुखे ते परलोक सुहेले कर देना है। सो सतगुर जी करन कृपा सारे नाम की दात गुरसिੱਖੀ जीवन बख्शण। सो विचारां करदे हां बाणी पढ़दे हां एक नहीं अनेकां भुलां गलतियां हो जांदियां ने, साध संग बख्शण योग हाँ, खिमा करना। बुलाओ फतेह। वाहिगुरू जी का खालसा वाहिगुरू जी की फतेह।